ਹੈਲੋ ਸਟੂਡੈਂਟਸ, ਅੱਜ ਅਸੀਂ ਕਰਾਂਗੇ ਕਲਾਸ 12ਵੀਂ ਦਾ ਕਹਾਣੀ ਭਾਗ। ਕਹਾਣੀ ਅੱਜ ਸਾਡੇ ਕੋਲ ਹੈ ਘਰ ਜਾ ਆਪਣੇ, ਜੋ ਕਿ ਗੁਲਜ਼ਾਰ ਸਿੰਘ ਸੰਧੂ ਦੁਆਰਾ ਲਿਖੀ ਗਈ ਹੈ। ਸ਼ੁਰੂ ਕਰਦੇ ਹਾਂ ਆਪਾਂ ਕਹਾਣੀ। ਘਰ ਵਿੱਚ ਪਿਛਲੇ 40 ਸਾਲਾਂ ਤੋਂ ਕਿਸੇ ਮੁੰਡੇ ਦਾ ਵਿਆਹ ਨਹੀਂ ਸੀ ਹੋਇਆ। ਸਾਰੇ ਅੰਗ ਸਾਕ ਚਾਹੁੰਦੇ ਸਨ ਕਿ ਜੀਤੋ ਦੇ ਵੀਰ ਦਾ ਵਿਆਹ ਹੋਵੇ ਅਤੇ ਸਾਰੇ ਇਕੱਠੇ ਹੋਣ, ਪਰੰਤੂ ਉਹ ਵਿਆਹ ਲਈ ਮੰਨਦਾ ਹੀ ਨਹੀਂ ਸੀ। ਅਖੀਰ ਘਰਦਿਆਂ ਨੇ ਆਪਣਾ ਚਾਅ ਪੂਰਾ ਕਰਨ ਲਈ ਆਪਣੇ ਵੀਰ ਤੋਂ 8-10 ਸਾਲ ਛੋਟੀ ਜੀਤੋ ਦਾ ਹੀ ਵਿਆਹ ਧਰ ਦਿੱਤਾ। ਉਹ ਇਸ ਸਮੇਂ 17ਵੇਂ ਸਾਲ ਵਿੱਚ ਸੀ। ਹੌਲੀ ਹੌਲੀ ਵਿਆਹ ਸਿਰ ਉੱਤੇ ਆ ਗਿਆ। ਵਿਆਹ ਸੰਬੰਧੀ ਘਰ ਤੋਂ ਬਾਹਰਲੇ ਸਾਰੇ ਕੰਮਾਂ ਦਾ ਪ੍ਰਬੰਧ ਕਰਨ ਵਿੱਚ ਜੀਤੋ ਦੇ ਵੀਰ ਦੀ ਮੱਤ ਮਾਰੀ ਗਈ ਸੀ। ਵਿਆਹ ਵਿੱਚ ਕੇਵਲ ਇੱਕ ਦਿਨ ਹੀ ਰਹਿ ਗਿਆ ਸੀ ਅਤੇ ਅਜੇ ਤੱਕ ਆਨੰਦ ਕਾਰਜ 'ਤੇ ਆਉਣ ਵਾਲੇ ਰਾਗੀਆਂ ਖਾਣੇ ਦੇ ਮੇਜ਼ ਕੁਰਸੀਆਂ ਅਤੇ ਫਲ ਫਰੂਟ, ਕਰੋਕਰੀ ਅਤੇ ਬਰਾਤ ਲਈ ਬਿਸਤਰਿਆਂ ਦਾ ਕੰਮ ਸਿਰ 'ਤੇ ਪਿਆ ਸੀ। ਸ਼ਾਮ ਵੇਲੇ ਨਾਨਕੀ ਛੱਕ ਲੈ ਕੇ ਆ ਗਏ ਅਤੇ ਭੂਆ ਵੀ ਪਹੁੰਚ ਗਈਆਂ। ਸਰਦਾ ਬਣਦਾ ਕੰਨਿਆਦਾਨ ਲੈ ਕੇ ਹੋਰ ਅੰਗ ਸਾਕ ਵੀ ਪਹੁੰਚ ਗਏ। ਜੀਤੋ ਆਪਣੇ ਸਹੇਲੀਆਂ, ਬਚਪਨ, ਤ੍ਰਿੰਝਣ ਅਤੇ ਝੂਟੀਆਂ ਪੀਂਘਾਂ ਸੰਬੰਧੀ ਸੋਚਦੀ ਉਦਾਸ ਹੋ ਗਈ। ਦੂਜੇ ਦਿਨ ਜੀਤੋ ਨੂੰ ਸਵੇਰੇ 3 ਵਜੇ ਉਠਾਲ ਕੇ ਫੇਰਿਆਂ ਵਾਲਾ ਸੂਟ ਪਾ ਕੇ ਲਾਲ ਪਰਾਂਦਾ ਉਸਦੀ ਗੁੱਤ ਵਿੱਚ ਗੁੰਦ ਕੇ ਅਤੇ ਸਹੁਰਿਆਂ ਅਤੇ ਨਾਨਕਿਆਂ ਵੱਲੋਂ ਆਏ ਗਹਿਣਿਆਂ ਨਾਲ ਸ਼ਿੰਗਾਰ ਦਿੱਤਾ ਗਿਆ। ਉਸਨੂੰ ਇਹ ਸੋਚ ਕੇ ਰੋਣਾ ਆ ਗਿਆ ਕਿ ਸਾਰੇ ਅੰਗ ਸਾਕ ਅਤੇ ਸਖੀਆਂ ਸਹੇਲੀਆਂ ਉਸਦੀ ਜਨਮ ਭੌਂ ਵਿੱਚੋਂ ਕੱਢਣ ਲਈ ਤਿਆਰੀਆਂ ਕਰ ਰਹੇ ਹਨ। ਰੋਂਦੀ ਕੁਰਲਾਉਂਦੀ ਜੀਤੋ ਨੂੰ ਚੁੱਪ ਕਰਾ ਕੇ ਆਨੰਦ ਕਾਰਜ ਲਈ ਬਿਠਾ ਦਿੱਤਾ ਗਿਆ। ਹੁਣ ਉਸਨੂੰ ਵਿਆਹ 'ਤੇ ਲਿਜਾਣ ਵਾਲਾ ਉਸਦੇ ਨਾਲ ਹੀ ਬੈਠਾ ਸੀ। ਆਨੰਦ ਕਾਰਜ ਕਰਾਉਣ ਵਾਲਾ ਭਾਈ ਉਸਨੂੰ ਸਹੁਰੇ ਘਰ ਜਾ ਕੇ ਅਧੀਨਗੀ ਅਤੇ ਨਿਮਰਤਾ ਵਾਲਾ ਜੀਵਨ ਗੁਜ਼ਾਰਨ ਦੀ ਸਿੱਖਿਆ ਦੇ ਰਿਹਾ ਸੀ। ਉਸਨੇ ਨਿਵਣ ਸੁਅੱਖਰ ਖਵਣ ਗੁਣ ਵਾਲੀਆਂ ਤੁਕਾਂ ਇੰਨੇ ਵਿਰਾਗ ਨਾਲ ਕਹੀਆਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀਆਂ ਸਾਰੀਆਂ ਕੁਆਰੀਆਂ ਕੁੜੀਆਂ ਉਦਾਸ ਹੋ ਗਈਆਂ। ਉਹਨਾਂ ਨੂੰ ਉਸ ਸਮੇਂ ਦੇ ਖਿਆਲ ਆਉਣ ਲੱਗੇ ਜਦੋਂ ਉਹਨਾਂ ਨੇ ਵੀ ਆਪਣੇ ਮਾਪਿਆਂ ਦਾ ਘਰ ਛੱਡ ਕੇ ਕਿਸੇ ਅਣਜਾਣ ਬੰਦੇ ਦੇ ਘਰ ਜਾ ਵਸਣਾ ਸੀ। ਸੰਗਤ ਵਿੱਚ ਉਸ ਸਮੇਂ ਹੋਰ ਵੀ ਉਦਾਸੀ ਛਾ ਗਈ ਜਦੋਂ ਹਾਰਮੋਨੀਅਮ ਵਾਲੇ ਇੱਕ ਗਵੱਈਏ ਨੇ ਇੱਕ ਫਿਲਮੀ ਤਰਜ਼ ਉੱਤੇ ਕੁੜੀ ਦੇ ਆਉਣ ਵਾਲੇ ਸਮੇਂ ਦਾ ਚਿੱਤਰ ਬੜੇ ਦਰਦਮਈ ਸ਼ਬਦਾਂ ਵਿੱਚ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਕਿ ਕਿਸ ਤਰ੍ਹਾਂ ਉਹ ਸਹੁਰੇ ਘਰ ਬੈਠੀ ਮਾਪਿਆਂ ਅਤੇ ਵੀਰਾਂ ਨੂੰ ਮਿਲਣ ਲਈ ਤਾਂਗੇਗੀ, ਬਨੇਰੇ ਤੋਂ ਕਾਂ ਉਡਾਵੇਗੀ, ਪਰ ਉਹ ਨਹੀਂ ਬੋੜਨਗੇ। ਗਵੱਈਏ ਦੇ ਇਹਨਾਂ ਬੋਲਾਂ ਨੇ ਸਾਰੀ ਸੰਗਤ ਦੀਆਂ ਅੱਖਾਂ ਵਿੱਚ ਹੰਝੂ ਲੈ ਆਂਦੇ। ਉਸਦੇ ਬੋਲਾਂ ਦਾ ਜੀਤੋ ਦੇ ਵੀਰ ਉੱਤੇ ਇੰਨਾ ਅਸਰ ਹੋਇਆ ਕਿ ਉਸਨੇ ਗਾਉਣ ਵਾਲੇ ਨੂੰ ਝਿੜਕਵੇਂ ਲਹਿਜੇ ਵਿੱਚ ਬੋਲ ਕੇ ਉਸਦਾ ਗਾਣਾ ਬੰਦ ਕਰਵਾ ਦਿੱਤਾ। ਆਨੰਦ ਕਾਰਜ ਦੀ ਰਸਮ ਪੂਰੀ ਹੋ ਗਈ ਅਤੇ ਜੀਤੋ ਦੇ ਵੀਰ ਨੇ ਉਸਨੂੰ ਮਹਾਰਾਜ ਦੀ ਹਜ਼ੂਰੀ ਵਿੱਚ ਉਠਾ ਲਿਆ ਅਤੇ ਲਿਜਾ ਕੇ ਘਰ ਦੇ ਅੰਦਰਲੇ ਕਮਰੇ ਵਿੱਚ ਬਿਠਾ ਦਿੱਤਾ। ਜੀਤੋ ਨੇ ਰੋ ਕੇ ਆਪਣੀਆਂ ਅੱਖਾਂ ਸੁਜਾ ਲਈਆਂ ਸਨ ਅਤੇ ਉਸਦਾ ਚੋਪ ਹੰਝੂਆਂ ਨਾਲ ਤਰ ਹੋਇਆ ਪਿਆ ਸੀ। ਬਰਾਤੀਆਂ ਅਤੇ ਮੇਲੀਆਂ ਦੇ ਰੋਟੀ ਖਾਣ ਮਗਰੋਂ ਖਟ ਵਿਛਾ ਦਿੱਤੀ ਗਈ। ਇਸ ਸਮੇਂ ਜੀਤੋ ਦੇ ਵੀਰ ਨੂੰ ਆਨੰਦ ਕਾਰਜ ਸਮੇਂ ਦੀ ਉਦਾਸੀ ਅਤੇ ਜੀਤੋ ਦੇ ਹੰਝੂ ਭੁਲਾ ਚੁੱਕੇ ਸਨ। ਹੁਣ ਜੀਤੋ ਦੀ ਵਿਦਾਇਗੀ ਦੀ ਤਿਆਰੀ ਸ਼ੁਰੂ ਹੋਈ। ਵਿਆਹੁੰਦੜ ਮੁੰਡੇ ਨੂੰ ਬੁਲਾ ਕੇ ਅੰਗਾਂ ਸਾਕਾਂ ਨੇ ਸਲਾਮੀਆਂ ਪਾਈਆਂ ਅਤੇ ਜੀਤੋ ਦੀ ਮਾਂ ਨੇ ਪਿਆਰ ਦਾ ਸ਼ਗਨ ਉਸਦੀ ਝੋਲੀ ਪਾਇਆ। ਜੀਤੋ ਦੀਆਂ ਸਹੇਲੀਆਂ ਜੀਜੇ ਨੂੰ ਮਖੌਲ ਕਰ ਰਹੀਆਂ ਸਨ। ਜੀਤੋ ਦੀ 5ਵੀਂ ਦੀ ਜਮਾਤਣ ਇੱਕ ਗੂੜ੍ਹੀ ਸਹੇਲੀ ਗਵਾਂਢੀ ਪਿੰਡ ਤੋਂ ਆਈ ਸੀ। ਉਸਨੇ ਜੀਤੋ ਦੇ ਵੀਰ ਨੂੰ ਰੋਂਦਿਆਂ ਕਿਹਾ ਕਿ ਉਹ ਜੀਤੋ ਦੇ ਨਾਲ ਉਸਦੇ ਸਹੁਰੀ ਜਾਵੇ, ਪਰ ਜੀਤੋ ਦੇ ਵੀਰ ਨੇ ਉਹਨੂੰ ਝਿੜਕ ਦਿੱਤਾ। ਜੀਤੋ ਦਾ ਵੀਰ ਆਪਣੀ ਮਾਂ ਅਤੇ ਉਸਦੇ ਤਾਈ ਦੀ ਵੱਡੀ ਧੀ ਨੇ ਵੀ ਉਸਨੂੰ ਇਹੋ ਗੱਲ ਕਹੀ ਤਾਂ ਵੀ ਉਸਨੇ ਨਾਂਹ ਕਰ ਦਿੱਤੀ ਅਤੇ ਕਿਹਾ ਸਭ ਤੋਂ ਛੋਟਾ ਭਰਾ ਹੀ ਜੀਤੋ ਨਾਲ ਜਾਵੇਗਾ। ਹੁਣ ਸਾਰੀ ਜੰਝ ਵਿਦਾ ਹੋਣ ਲਈ ਬੱਸ ਵਿੱਚ ਜਾ ਬੈਠੀ। ਜੀਤੋ ਦਾ ਪ੍ਰਾਹੁਣਾ ਵੀ ਕਾਰ ਵਿੱਚ ਆ ਬੈਠਾ। ਜੀਤੋ ਰੋਣੋਂ ਨਹੀਂ ਸੀ ਹਟ ਰਹੀ ਅਤੇ ਉਸਦੀਆਂ ਸਹੇਲੀਆਂ ਅਤੇ ਛੋਟੀਆਂ ਭੈਣਾਂ ਵੀ ਬੁਰੀ ਤਰ੍ਹਾਂ ਰੋ ਰਹੀਆਂ ਸਨ। ਰੋਂਦੀ ਹੋਈ ਜੀਤੋ ਕਿਸੇ ਦੀ ਸਲਾਮੀ ਵੀ ਆਪਣੇ ਪੱਲੇ ਵਿੱਚ ਨਹੀਂ ਸੀ ਪਵਾ ਰਹੀ। ਉਸਦਾ ਵੀਰ ਵੀ ਅਜੇ ਸਲਾਮੀ ਪਾਉਣ ਲਈ ਨਹੀਂ ਸੀ ਆਇਆ। ਉਸਦਾ ਵਿਚਾਰ ਸੀ ਕਿ ਉਹ ਜਦੋਂ ਜੀਤੋ ਕਾਰ ਵਿੱਚ ਬੈਠ ਜਾਵੇਗੀ ਤਾਂ ਸਭ ਤੋਂ ਪਿੱਛੋਂ ਸਲਾਮੀ ਪਾ ਕੇ ਅਤੇ ਪਿਆਰ ਦੇ ਕੇ ਉਸਨੂੰ ਤੋਰ ਦੇਵੇਗਾ, ਪਰ ਉਹ ਆਪਣੇ ਪਿਓ, ਤਾਇਆ ਅਤੇ ਚਾਚਿਆਂ ਦੇ ਕਹਿਣ 'ਤੇ ਵੀ ਜੀਤੋ ਨਾਲ ਜਾਣ ਲਈ ਨਾ ਮੰਨਿਆ।
ਜੰਝ ਤੁਰਨ ਵਿੱਚ ਦੇਰ ਹੋ ਰਹੀ ਸੀ। ਰਸਤਾ ਵੀ 30 ਮੀਲ ਲੰਬਾ ਤੇ ਖਰਾਬ ਸੀ। 5:30 ਵੱਜ ਚੁੱਕੇ ਸਨ। ਜੀਤੋ ਦੇ ਵੀਰ ਨੇ ਰੋਂਦੀ ਕੁਰਲਾਉਂਦੀ ਜੀਤੋ ਨੂੰ ਚੁੱਕਿਆ ਤੇ ਲਿਜਾ ਕੇ ਕਾਰ ਵਿੱਚ ਬਿਠਾ ਦਿੱਤਾ। ਹੁਣ ਉਹ ਆਪਣੀ ਨਿੱਕੀ ਭੈਣ ਨੂੰ ਸਲਾਮੀ ਪਾਉਣ ਲਈ ਆਪਣਾ ਬਟੂਆ ਫੋਲਣ ਲੱਗਾ। ਜੀਤੋ ਤੇ ਉਸਦੇ ਸਹੇਲੀਆਂ ਨੇ ਰੋਣ ਨੂੰ ਦੇਖ ਕੇ ਉਸਦਾ ਮਨ ਭਾਰਾ ਜਿਹਾ ਹੋ ਗਿਆ। ਫਿਰ ਉਸਨੂੰ ਚੇਤਾ ਆਇਆ ਕਿ ਕਿਸ ਤਰ੍ਹਾਂ ਉਹ ਆਪ ਵਿਆਹ ਤੋਂ ਡਰ ਜਾਂਦਾ ਸੀ। ਉਹ ਸੋਚਦਾ ਸੀ ਕਿ ਉਹ ਉਸ ਕੁੜੀ ਨੂੰ ਕਿਸ ਤਰ੍ਹਾਂ ਅਪਣਾ ਸਕਦਾ ਸੀ ਜਿਸ ਨੂੰ ਨੇੜਿਓਂ ਜਾਣਦਾ ਵੀ ਨਹੀਂ ਸੀ। ਕਿਸੇ ਅਣਜਾਣ ਬੰਦੇ ਨੂੰ ਆਪਣਾ ਬਣਾ ਸਕਣਾ ਕਿੰਨਾ ਔਖਾ ਹੈ। ਹਾਲਾਂਕਿ ਉਸਦੀ ਪਤਨੀ ਨੇ ਉਸਦੇ ਘਰ ਆ ਕੇ ਭਾਰਤੀ ਮਰਿਆਦਾ ਦੇ ਅਨੁਸਾਰ ਉਸਦੀ ਦਾਸੀ ਬਣ ਕੇ ਰਹਿਣਾ ਸੀ। ਹੁਣ ਉਸ ਤੋਂ 8-10 ਵਰ੍ਹੇ ਛੋਟੀ ਭੈਣ ਕਿਸੇ ਅਣਜਾਣ ਮੁੰਡੇ ਕੋਲ ਉਸਦੇ ਹੁਕਮ ਵਿੱਚ ਦਾਸੀ ਬਣ ਕੇ ਰਹਿਣ ਲਈ ਜਾ ਰਹੀ ਸੀ। ਉਸਨੂੰ ਭਾਈ ਤੇ ਗਵਈਏ ਦੁਆਰਾ ਉਸਦੀ ਸਹੁਰੇ ਘਰ ਵਿਚਲੀ ਸਥਿਤੀ ਸੰਬੰਧੀ ਕਹੇ ਸ਼ਬਦ ਵੀ ਯਾਦ ਆ ਗਏ। ਉਸਨੂੰ ਇਹ ਵੀ ਯਾਦ ਆਇਆ ਕਿ ਉਸਨੇ ਉਸਨੂੰ ਕਦੇ ਕਿਸੇ ਗੱਲ ਤੋਂ ਤੰਗ ਨਹੀਂ ਸੀ ਰੱਖਿਆ ਤੇ ਉਹ ਨੀਲੋਖੇੜੀ ਵਿੱਚ ਘਰਦਿਆਂ ਤੋਂ ਦੂਰ ਦੋਵੇਂ ਕਿੰਨੇ ਪਿਆਰ ਨਾਲ ਰਹੇ ਸਨ। ਹੁਣ ਉਹ ਉਸ ਤੋਂ ਦੂਰ ਜਾ ਰਹੀ ਸੀ ਜਿੱਥੇ ਉਸਨੂੰ ਮਿਲਣ ਲਈ ਸ਼ਾਇਦ ਉਸਨੇ ਛੇਤੀ ਨਹੀਂ ਸੀ ਜਾ ਸਕਣਾ। ਇਹਨਾਂ ਵਿਚਾਰਾਂ ਨਾਲ ਉਸਦਾ ਮਨ ਉਦਾਸ ਹੋ ਗਿਆ। ਉਸਨੇ ਬਟੂਏ ਵਿੱਚੋਂ ਬਿਨਾਂ ਗਿਣੇ ਪੈਸੇ ਕੱਢੇ ਤੇ ਜੀਤੋ ਦੇ ਹੱਥ ਉੱਤੇ ਰੱਖ ਦਿੱਤੇ। ਚੁੱਪ ਕੀਤੀ ਜੀਤੋ ਫਿਰ ਫਿਸ ਪਈ ਤੇ ਉਸਨੇ ਹਥੇਲੀ ਓਲੇ ਰੁਪਏ ਕਾਰ ਦੇ ਬਾਹਰ ਸੁੱਟ ਕੇ ਆਪਣੀ ਵੀਰ ਨੂੰ ਜੱਫੀ ਪਾ ਲਈ। ਵੀਰ ਦਾ ਗੱਚ ਭਰ ਗਿਆ। ਉਸਨੇ ਡਰਾਈਵਰ ਨੂੰ ਕਾਰ ਸਟਾਰਟ ਕਰਨ ਦਾ ਇਸ਼ਾਰਾ ਕਰਦਿਆਂ ਆਪਣੇ ਛੋਟੇ ਭਰਾ ਨੂੰ ਜੀਤੋ ਕੋਲ ਉਠਾ ਲਿਆ ਤੇ ਆਪ ਉਸ ਨਾਲ ਬਹਿ ਗਿਆ। ਇਸ ਸਮੇਂ ਉਹ ਆਪਣੇ ਪਿਓ ਦੇ ਕਹਿਣ ਉੱਤੇ ਸਬਜ਼ੀ ਨਾਲ ਖਰਾਬ ਹੋਏ ਕੱਪੜੇ ਵੀ ਬਦਲਣ ਲਈ ਤਿਆਰ ਨਾ ਹੋਇਆ ਤੇ ਉਹ ਉਹਨਾਂ ਕੱਪੜਿਆਂ ਨਾਲ ਹੀ ਜੀਤੋ ਨਾਲ ਚਲਾ ਗਿਆ। ਇਹ ਸੀ ਬੱਚੇ ਕਹਾਣੀ ਘਰ ਜਾ ਆਪਣੇ, ਜੋ ਕਿ ਗੁਲਜ਼ਾਰ ਸਿੰਘ ਸੰਧੂ ਦੁਆਰਾ ਲਿਖੀ ਗਈ ਹੈ।